सत श्री अकाल किसान वीरो, मैं सुनील अत्री, साइलेज बिजनेस मैनेजर कोटेवा एग्री साइंस। ਤੁਹਾਨੂੰ याद होएगा जिवें ਅਸੀਂ अपने पिछले वीडियो ਦੇ ਵਿੱਚ ਗੱਲ ਕੀਤੀ ਸੀ, अगर अच्छे दर्जे ਦਾ ਸਾਈਲੇਜ बनाना है तो एक उच्च दर्जे ਦੇ ਹਾਈਬ੍ਰਿਡ ਦੀ ਚੋਣ बहुत इंपॉर्टेंट है। सो ਹਾਈਬ੍ਰਿਡ ਦੀ ਚੋਣ ਤੋਂ ਬਾਅਦ ਅੱਜ ਅਸੀਂ ਤੁਹਾਡੇ ਕੋਲ ਖੜੇ ਹਾਂ ਜਦੋਂ ਸਮਾਂ ਹੈ ਉਸ ਹਾਈਬ੍ਰਿਡ ਦੀ ਕਟਾਈ ਦਾ। ਸੋ ਅੱਜ ਅਸੀਂ ਗੱਲ ਕਰਾਂਗੇ ਕਿ ਕਿਹੜਾ ਖਾਸ ਗੱਲਾਂ ਦਾ ਧਿਆਨ ਰੱਖਣਾ ਹੈ ਜਦੋਂ ਅਸੀਂ ਸਾਈਲੇਜ ਦੀ ਵਧੀਆ ਕੁਆਲਿਟੀ ਬਣਾਉਣ ਵਾਸਤੇ ਹਾਰਵੈਸਟਿੰਗ ਕਰਨੀ ਹੈ ਜੀ। ਸੋ ਦੋਸਤੋ, ਜਿਵੇਂ ਆਪਾਂ ਹਾਰਵੈਸਟਿੰਗ ਤੇ ਕਟਾਈ ਦੀ ਆਪਾਂ ਗੱਲ ਕਰਦੇ ਹਾਂ, ਕਟਾਈ ਵੇਲੇ ਸਭ ਤੋਂ ਵੱਧ ਇੰਪੋਰਟੈਂਟ ਹੈ ਕਿ ਫਸਲ ਤੋਂ ਵੱਧ ਡਰਾਈ ਮੈਟਰ ਲੈਣਾ। ਫਸਲ ਦੀ ਕਟਾਈ ਵੇਲੇ ਸਾਡਾ ਪਰਪਸ, ਸਾਡਾ ਉਦੇਸ਼ ਖਾਲੀ ਉੱਥੋਂ ਇੱਕ ਉੱਚ ਦਰਜੇ ਦਾ ਪੱਠਾ ਲੈਣਾ ਨਹੀਂ ਹੈ, ਉਹਦੇ ਵਿੱਚ ਡਰਾਈ ਮੈਟਰ ਕਿੰਨਾ ਹੈ ਉਹ ਬਹੁਤ ਇੰਪੋਰਟੈਂਟ ਹੈ। ਸੋ ਡਰਾਈ ਮੈਟਰ ਅਗਰ ਅਸੀਂ ਫਸਲ ਨੂੰ ਹਫਤੇ ਭਰ ਦੇ ਇੰਤਜ਼ਾਰ ਦੇ ਨਾਲ ਥੋੜਾ ਲੇਟ ਕੱਟਦੇ ਹਾਂ, ਅਗੇਤੀ ਨਾ ਕੱਟ ਕਰਕੇ ਉਹਨੂੰ ਇੱਕ ਰਾਈਟ ਟਾਈਮ ਤੇ ਅਸੀਂ ਅਗਰ ਕੱਟਦੇ ਹਾਂ ਤਾਂ ਅਸੀਂ ਘੱਟੋ ਘੱਟ 5 ਤੋਂ 6%, 8% ਤੱਕ ਜਿਹੜਾ ਅਸੀਂ ਡਰਾਈ ਮੈਟਰ ਵੱਧ ਲੈ ਸਕਦੇ ਹਾਂ। ਜਿਹਦਾ ਮਤਲਬ ਇਹ ਹੋ ਗਿਆ ਕਿ ਅਗਰ ਤੁਸੀਂ 250 ਕੁਇੰਟਲ ਦਾ ਝਾੜ ਲੈਂਦੇ ਹੋ ਤਾਂ ਉਹਦੇ ਪਿੱਛੇ ਲਗਭਗ ਤੁਸੀਂ 6 ਤੋਂ 7 ਕੁਇੰਟਲ ਡਰਾਈ ਮੈਟਰ ਵੱਧ ਲੈ ਪਾਉਂਦੇ ਹੋ। ਕਿਸਾਨ ਵੀਰੋ, ਡਰਾਈ ਮੈਟਰ ਦੀ ਡੇਅਰੀ ਦੇ ਵਿੱਚ ਇਹ ਮਹੱਤਤਾ ਹੈ ਕਿ 1 ਕਿਲੋ ਡਰਾਈ ਮੈਟਰ ਮੋٹے ਤੌਰ ਤੇ ਲਗਭਗ 1 ਕਿਲੋ ਦੁੱਧ ਵਧਾਉਂਦਾ ਹੈ। तो 1 ਕਿੱਲੇ ਪਿੱਛੇ, 1 ਏਕੜ ਪਿੱਛੇ ਅਗਰ ਅਸੀਂ 6 ਤੋਂ 7 ਕੁਇੰਟਲ ਵੱਧ ਡਰਾਈ ਮੈਟਰ ਲੈ ਪਾਉਂਦੇ ਹਾਂ ਤਾਂ ਮੋਟਾ ਇਹ ਮੰਨ ਕੇ ਚੱਲੋ ਉਸ 1 ਏਕੜ ਪਿੱਛੇ ਤੁਸੀਂ 600 ਤੋਂ 700 ਕਿਲੋ ਦੁੱਧ ਆਪਣੇ ਡੇਅਰੀ ਫਾਰਮ ਤੋਂ ਵੱਧ ਲੈ ਸਕਦੇ ਹੋ। ਤੇ 600 ਤੋਂ 700 ਕਿਲੋ ਦੁੱਧ ਦੀ ਕੀਮਤ ਤਾਂ ਤੁਸੀਂ ਜਾਣਦੇ ਹੀ ਹੋ। ਤਾਂ ਕਿਸਾਨ ਵੀਰੋ, ਫਸਲ ਦੇ ਵਿੱਚੋਂ 30% ਜਾਂ ਉਸ ਤੋਂ ਵੱਧ ਡਰਾਈ ਮੈਟਰ ਲੈਣ ਵਾਸਤੇ ਸਾਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਜਿਵੇਂ ਕਿ ਤੁਸੀਂ ਖੇਤ ਵਿੱਚ ਜਾਓ, ਖੇਤ ਦੇ ਵਿੱਚੋਂ ਇੱਕ ਛੱਲੀ ਤੋੜ ਕਰਕੇ ਉਹਨੂੰ ਸੈਂਟਰ ਦੇ ਵਿੱਚੋਂ ਉੱਪਰਲੇ ਪਾਸੇ ਤੋਂ ਦੀ ਤੁਸੀਂ ਦੇਖੋ, ਇੱਥੇ ਤੁਹਾਨੂੰ ਇੱਕ ਪੀਲੇ ਰੰਗ ਦੀ ਲਾਈਨ ਜਿਹੜੀ ਨੀਚੇ ਨੂੰ ਜਾਂਦੀ ਹੋਈ ਦਿਖਾਈ ਦੇਗੀ। ਇਹ ਲਾਈਨ ਅਗਰ ਅੱਧ ਦਰਜੇ ਤੱਕ ਪਹੁੰਚਦੀ ਹੈ, ਦਾਣੇ ਦੇ ਅੱਧ ਤੱਕ ਪਹੁੰਚਦੀ ਹੈ, ਇਹਦਾ ਮਤਲਬ ਇਹ ਹੈ ਕਿ ਇਹ ਛੱਲੀ ਹਾਫ ਮਿਲਕ ਲਾਈਨ ਤੇ ਹੈ। ਇਹ ਫਸਲ ਦਾ ਡਰਾਈ ਮੈਟਰ ਲਗਭਗ ਪੂਰੀ ਫਸਲ ਦਾ 30% ਤੋਂ ਉੱਪਰ ਤੁਹਾਨੂੰ ਮਿਲੇਗਾ, ਜਿਹੜਾ ਇੱਕ ਬਹੁਤ ਹੀ ਲਾਹੇਵੰਦ ਡਰਾਈ ਮੈਟਰ ਹੈ। ਇਸ ਤੋਂ ਇਲਾਵਾ ਇਸੇ ਛੱਲੀ ਦੇ ਦਾਣਿਆਂ ਨੂੰ ਤੁਸੀਂ ਨਹੁੰ ਦੇ ਨਾਲ ਦਬਾ ਕਰਕੇ ਦੇਖੋ, ਇਹਦੇ ਵਿੱਚੋਂ ਚਿੱਟੇ ਕਲਰ ਦਾ ਦੁੱਧ ਜਿਹਾ ਬਾਹਰ ਨਹੀਂ ਆਉਣਾ ਚਾਹੀਦਾ, ਉਲਟਾ ਇਹਦੇ ਵਿੱਚ ਸਖਤ ਆਟਾ ਤੁਹਾਨੂੰ ਦਿਖਾਈ ਦੇਣਾ ਚਾਹੀਦਾ ਹੈ। ਸੋ ਇਹ ਇੱਕ ਸਹੀ ਅਵਸਥਾ ਹੈ ਫਸਲ ਨੂੰ ਸਹੀ ਸਮੇਂ ਤੇ ਸਹੀ ਡਰਾਈ ਮੈਟਰ ਲੈਣ ਦੀ ਤੇ ਇੱਕ ਵਧੀਆ ਤਰੀਕੇ ਦਾ ਸਾਈਲੇਜ ਬਣਾਉਣ ਦੀ। ਸੋ ਦੋਸਤੋ, ਜਿਵੇਂ ਅਸੀਂ ਦੇਖਿਆ ਕਿ ਹਾਫ ਮਿਲਕ ਲਾਈਨ ਇੱਕ ਸਹੀ ਸਮਾਂ ਹੈ ਫਸਲ ਦੀ ਕਟਾਈ ਕਰਨ ਦਾ। ਅਗਰ ਅਸੀਂ ਵਧੀਆ ਤਰੀਕੇ ਦਾ ਸਾਈਲੇਜ ਬਣਾਉਣਾ ਹੈ ਤੇ ਅਸੀਂ ਇਹ ਨਿਰਧਾਰਿਤ ਕਰ ਲਿਆ ਕਿ ਹੁਣ ਅਸੀਂ ਹਾਰਵੈਸਟਿੰਗ ਕਰਨੀ ਹੈ, ਤਾਂ ਇੱਕ ਹੋਰ ਖਾਸ ਗੱਲ ਧਿਆਨ ਰੱਖਣੀ ਹੈ ਕਿ ਫਸਲ ਦੀ ਕਟਾਈ ਜਿਹੜੀ ਹੈ ਉਹ ਜ਼ਮੀਨ ਤੋਂ 4 ਤੋਂ 6 ਇੰਚ ਉੱਪਰੋਂ ਕੀਤੀ ਜਾਵੇ, ਕਿਉਂਕਿ ਨੀਚੇ ਵਾਲਾ ਟਾਂਡੇ ਦਾ ਹਿੱਸਾ ਜੋ ਹੁੰਦਾ ਹੈ ਫਸਲ ਦਾ ਉਹ ਬਹੁਤ ਜ਼ਿਆਦਾ ਹਾਰਡ, ਬਹੁਤ ਜ਼ਿਆਦਾ ਸਖਤ ਹੁੰਦਾ ਹੈ, ਜੋ ਕਿ ਗੋਹੇ ਦੇ ਰੂਪ ਵਿੱਚ ਬਾਹਰ ਨਿਕਲ ਜਾਂਦਾ ਹੈ ਅਤੇ ਪਾਚਣ ਵਿੱਚ ਕੰਮ ਨਹੀਂ ਆਉਂਦਾ। ਇਸ ਤੋਂ ਇਲਾਵਾ ਦੋਸਤੋ, ਅਸੀਂ ਇਹ ਵੀ ਦੇਖਦੇ ਹਾਂ ਟੈਕਨੀਕਲੀ ਕਿ ਅਗਰ ਅਸੀਂ ਫਸਲ ਨੂੰ 1 ਇੰਚ ਜ਼ਮੀਨ ਤੋਂ ਉੱਪਰ ਕੱਟੀਏ ਤਾਂ ਉਹਦੇ ਵਿੱਚ ਬੈਕਟੀਰੀਆ ਤੇ ਬਿਮਾਰੀ ਪੈਦਾ ਕਰਨ ਵਾਲੇ ਜਰਮਸ ਦਾ ਜਿਹੜਾ ਲੋਡ ਹੈ ਉਹ 4 ਇੰਚ ਤੇ ਕੱਟੀ ਜਾਣ ਵਾਲੀ ਫਸਲ ਨਾਲੋਂ ਘੱਟੋ ਘੱਟ 20 ਗੁਣਾ ਜ਼ਿਆਦਾ ਹੁੰਦਾ ਹੈ। ਜਿਵੇਂ ਕਿ ਇਹ ਕਿਹਾ ਜਾਂਦਾ ਹੈ ਕਿ 1 ਇੰਚ ਤੋਂ ਅਗਰ ਅਸੀਂ ਫਸਲ ਦੀ ਕਟਾਈ ਕਰਦੇ ਹਾਂ ਤਾਂ ਲਗਭਗ 1 ਗ੍ਰਾਮ ਸਾਈਲੇਜ ਦੇ ਵਿੱਚ 80,000 ਬੈਕਟੀਰੀਆ ਹੁੰਦੇ ਨੇ, ਬੈਕਟੀਰੀਅਲ ਸਪੋਰਸ ਹੁੰਦੇ ਨੇ ਜੋ ਕਿ ਬਿਮਾਰੀ ਪੈਦਾ ਕਰਦੇ ਨੇ। ਔਰ ਅਗਰ ਅਸੀਂ ਉਸੇ ਫਸਲ ਨੂੰ 4 ਇੰਚ ਤੋਂ ਉੱਪਰ ਕੱਟਦੇ ਹਾਂ ਤਾਂ ਉਹੀ ਲੋਡ ਘਟ ਕੇ 4000 ਸਪੋਰਸ ਤੱਕ ਰਹਿ ਜਾਂਦਾ ਹੈ। ਸੋ ਇਸ ਚੀਜ਼ ਦਾ ਵੀ ਅਸੀਂ ਉਚੇਚੇ ਤੌਰ ਤੇ ਧਿਆਨ ਰੱਖਣਾ ਹੈ। ਤਾਂ ਕਿਸਾਨ ਵੀਰੋ, ਜਿਵੇਂ ਅਸੀਂ ਦੇਖਿਆ ਕਿ ਮੱਕੀ ਨੂੰ ਸਹੀ ਤਰੀਕੇ ਦਾ ਸਾਈਲੇਜ ਬਣਾਉਣ ਵਾਸਤੇ ਉਹਦੀ ਸਹੀ ਸਮੇਂ ਤੇ ਕਟਾਈ ਬਹੁਤ ਜ਼ਰੂਰੀ ਹੈ। ਇਹਦੇ ਵਿੱਚ ਉਚੇਚੇ ਤੌਰ ਤੇ ਧਿਆਨ ਰੱਖਿਆ ਜਾਏ ਕਿ ਕਈ ਕਿਸਾਨ ਵੀਰ ਦਿਨਾਂ ਦੇ ਹਿਸਾਬ ਨਾਲ ਕਿ ਅੱਜ ਮੇਰੀ ਫਸਲ 80 ਦਿਨ ਦੀ ਹੋ ਗਈ ਹੈ ਜਾਂ 85 ਦਿਨ ਦੀ ਹੋ ਗਈ ਹੈ ਤਾਂ ਮੈਂ ਫਸਲ ਨੂੰ ਅਚਾਰ ਵਾਸਤੇ ਕੱਟ ਲਵਾਂ। ਅਸੀਂ ਦਿਨਾਂ ਤੇ ਨਹੀਂ ਜਾਣਾ, ਅਸੀਂ ਦਰਸਾਏ ਹੋਏ ਤਰੀਕੇ ਦੇ ਨਾਲ ਹੀ ਫਸਲ ਤੋਂ ਇੱਕ ਵਧੀਆ ਤਰੀਕੇ ਦਾ ਅਚਾਰ ਬਣਾਉਣਾ ਹੈ। ਸੋ ਕਿਸਾਨ ਵੀਰੋ, ਇੱਕ ਵਧੀਆ ਤਰੀਕੇ ਦਾ ਸਾਈਲੇਜ ਬਣਾਉਣ ਵਾਸਤੇ ਸਾਨੂੰ ਇਹ ਵੀ ਦੇਖਣਾ ਹੈ ਕਿ ਉਹਦੇ ਵਿੱਚ ਟੁਕੜਿਆਂ ਦਾ ਸਾਈਜ਼ ਕਿਸ ਤਰ੍ਹਾਂ ਦਾ ਹੈ। ਸੋ ਟੁਕੜਿਆਂ ਦਾ ਸਾਈਜ਼ 8 mm ਤੋਂ ਲੈ ਕਰਕੇ 15 mm ਯਾਨੀ ਕਿ 1.5 ਸੈਂਟੀਮੀਟਰ ਤੱਕ ਦਾ ਹੋਵੇ। ਉਹਦੇ ਵਿੱਚ ਦਾਣੇ ਪ੍ਰੋਪਰਲੀ ਟੁੱਟੇ ਹੋਏ ਹੋਣ। ਇਹਨੂੰ ਚੈੱਕ ਕਰਨ ਦਾ ਵੀ ਇੱਕ ਬਹੁਤ ਅੱਛਾ ਤਰੀਕਾ ਹੈ, ਤੁਸੀਂ ਕੱਟੇ ਹੋਏ ਟੁਕੜਿਆਂ ਨੂੰ ਇੱਕ ਪਲੇਟ ਦੇ ਵਿੱਚ ਪਾਓ। ਲਗਭਗ 1 ਮੁੱਠ ਪੱਠੇ ਟੁੱਟੇ ਹੋਏ ਸਾਈਲੇਜ ਜਿਸ ਤੋਂ ਅਸੀਂ ਬਣਾਉਣਾ ਹੈ, ਸੋ ਉਸ ਨੂੰ ਤੁਸੀਂ ਇੱਕ ਪਲੇਟ ਦੇ ਵਿੱਚ ਪਾ ਕਰਕੇ ਉਹਨੂੰ ਚੈੱਕ ਕਰੋ, ਪ੍ਰੋਪਰਲੀ ਉਹਨੂੰ ਇੱਕ ਪਰਤ ਬਣਾ ਕਰਕੇ ਉਹਦੇ ਵਿੱਚ ਦੇਖੋ। ਇਹਦੇ ਵਿੱਚ ਤੁਹਾਨੂੰ 3 ਜਾਂ 4 ਤੋਂ ਵੱਧ ਸਾਬੁਤ ਦਾਣੇ ਦਿਖਾਈ ਨਹੀਂ ਦੇਣੇ ਚਾਹੀਦੇ ਹਨ। 3 ਤੋਂ ਜਾਂ 4 ਤੋਂ ਵੱਧ ਸਾਬੁਤ ਦਾਣੇ ਅਗਰ ਤੁਹਾਨੂੰ ਦਿਖਾਈ ਦਿੰਦੇ ਹਨ ਤਾਂ ਇਹਦਾ ਮਤਲਬ ਇਹ ਹੈ ਦੋਸਤੋ ਕਿ ਇਹਦੇ ਵਿੱਚ ਗ੍ਰੇਨ ਕ੍ਰੈਕਿੰਗ ਯਾਨੀ ਕਿ ਗ੍ਰੇਨ ਪ੍ਰੋਸੈਸਿੰਗ ਪ੍ਰੋਪਰਲੀ ਨਹੀਂ ਹੋ ਰਹੀ ਹੈ।
ਸੋ ਇਸ ਚੀਜ਼ ਦੇ ਨਾਲ ਫਰਕ ਇਹ ਪਏਗਾ ਕਿ ਸਾਡਾ ਅਚਾਰ ਇੱਕ ਵਧੀਆ ਤਰੀਕੇ ਦਾ ਅਚਾਰ ਨਹੀਂ ਬਣ ਪਾਏਗਾ ਤੇ ਉਹ ਦਾਣੇ ਸਬੂਤੇ ਡੰਗਰ ਦੇ ਗੋਹੇ ਰਾਹੀਂ ਬਾਹਰ ਆਣਗੇ। ਤਾਂ ਕਿਸਾਨ ਵੀਰੋ, ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ ਅਗਰ ਤੁਸੀਂ ਅੱਛੇ ਦਰਜੇ ਦਾ ਸਾਈਲੇਜ ਬਣਾਉਣਾ ਹੈ ਤਾਂ ਅਗੇਨ ਮੋٹے ਤੌਰ ਤੇ ਤੁਸੀਂ ਕਿਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਕਿ ਅਸੀਂ ਹਾਫ ਮਿਲਕ ਲਾਈਨ ਕਿਵੇਂ ਚੈੱਕ ਕਰਨੀ ਹੈ, ਅਸੀਂ ਟੋਟਿਆਂ ਦਾ ਸਾਈਜ਼ ਕਿਵੇਂ ਦੇਖਣਾ ਹੈ, ਫਸਲ ਨੂੰ ਕਿੰਨੀ ਹਾਈਟ ਤੋਂ ਕੱਟਣਾ ਹੈ, ਗ੍ਰੇਨ ਪ੍ਰੋਸੈਸਿੰਗ ਪ੍ਰੋਪਰਲੀ ਹੋ ਰਹੀ ਹੈ ਨਹੀਂ ਹੋ ਰਹੀ, ਤਾਂ ਕਿ ਦਾਣੇ ਜਿਹੜੇ ਡੰਗਰ ਦੇ ਗੋਹੇ ਰਾਹੀਂ ਬਾਹਰ ਨਾ ਆਉਣ ਔਰ ਤੁਹਾਡਾ ਸਾਈਲੇਜ ਦੀ ਜਿਹੜੀ ਇੱਕ ਵਧੀਆ ਵਸੂਲੀ ਹੋ ਸਕੇ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਕਿਸਾਨ ਵੀਰੋ ਆਪਣੇ ਖੇਤਾਂ ਦੇ ਵਿੱਚ ਸਾਈਲੇਜ ਪਾਓ, ਆਪਣੇ ਡੰਗਰ ਨੂੰ, ਆਪਣੇ ਐਨੀਮਲ ਨੂੰ ਇੱਕ ਵਧੀਆ ਤਰੀਕੇ ਦਾ ਪੋਸ਼ਣ ਦਿਓ ਤੇ ਰੱਜ ਕੇ ਦੁੱਧ ਪੈਦਾ ਕਰੋ। ਬਹੁਤ ਬਹੁਤ ਧੰਨਵਾਦ।